हाँ जी दोस्तों, ਤੁਹਾਡਾ ਸਵਾਗਤ है। ਤੁਹਾਡੇ ਲਈ ਮੈਂ ਇੱਕ ਥਿਊਰੀ ਲੈ ਕੇ ਆਇਆ ਜਿਹੜੀ ਕਿ ਬਹੁਤ ਇੰਪੋਰਟੈਂਟ ਹੈ। ਪਿਛਲੇ ਪੇਪਰਾਂ ਵਿੱਚ ਕੁਐਸਚਨ ਪੁੱਛੇ ਗਏ ਸੀ ਪੰਜਾਬ ਦੀਆਂ ਮਿੱਟੀਆਂ ਬਾਰੇ ਅਤੇ ਜੰਗਲਾਂ ਬਾਰੇ। ਜਿਹੜੇ ਵੀ ਕੁਐਸਚਨ ਇੰਪੋਰਟੈਂਟ ਨੇ ਸਿਰਫ ਉਹੀ ਕਰਾਂਗੇ। ਜ਼ਰੂਰ ਵੀਡੀਓ ਨੂੰ ਧਿਆਨ ਨਾਲ ਦੇਖੋ। ਇਹ ਨਾ ਸਮਝਿਓ ਕਿ ਇਹ ਕੁਐਸਚਨ ਐਵੇਂ ਨਹੀਂ ਅਸੀਂ ਆਪਣੇ ਆਪ ਜਵਾਬ ਦੇ ਦਾਂਗੇ, ਨਹੀਂ। ਇਹਦੇ ਵਿੱਚ ਤੁਹਾਨੂੰ ਇਲਾਕੇ ਪੁੱਛੇ ਜਾ ਸਕਦੇ ਆ, ਪਰਸੈਂਟੇਜ ਪੁੱਛੀ ਜਾ ਸਕਦੀ ਹੈ। ਇਸ ਕਰਕੇ ਕੁਐਸਚਨ ਮੈਂ ਲੈ ਕੇ ਆਇਆ। ਸੋ ਲਾਸਟ ਤੱਕ ਵੀਡੀਓ ਨੂੰ ਦੇਖਿਓ। ਬਹੁਤ ਸਾਰੇ ਬੱਚੇ ਨਹੀਂ ਦੇਖਦੇ। ਲਾਈਕ ਕਰਿਓ, शेयर करो। जिन्हें अजे तक मॉक टेस्ट नहीं दिता जाके वैबसाइट पर दो। 9 सितंबर का मॉक टेस्ट ਤੁਹਾਨੂੰ ਵੈਬਸਾਈਟ ਸ਼ੋ ਹੋ ਰਹੀ ਹੋਣੀ ਹੈ। ਸੋ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਬਿਨਾਂ ਕਿਸੇ ਦੇਰ ਤੋਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸੋਇਲਸ ਦੀ। ਮਿੱਟੀਆਂ ਸਾਡੀਆਂ ਜਿਹੜੀਆਂ ਨੇ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਪਾਈਆਂ ਜਾਂਦੀਆਂ। ਕਿਉਂ ਪਾਈਆਂ ਜਾਂਦੀਆਂ? ਕਿਉਂਕਿ ਪੰਜਾਬ ਸੀਗਾ ਜਿਹੜਾ ਉਹ 5 ਦਰਿਆਵਾਂ ਦੀ ਧਰਤੀ ਸੀ। ਦਰਿਆਵਾਂ ਦੇ ਨਾਲ ਬਹਿ ਕੇ ਜਿਹੜੀ ਮਿੱਟੀਆਂ ਸਾਡੇ ਪੰਜਾਬ ਦੇ ਵਿੱਚ ਆਈਆਂ ਅਤੇ ਉਪਜਾਊ ਮਿੱਟੀ ਵੀ ਬਹੁਤ ਜ਼ਿਆਦਾ ਪੰਜਾਬ ਦੀ, ਠੀਕ ਹੈ, ਸਮਤਲ ਏਰੀਆ ਜਿਹਨੂੰ ਆਪਾਂ ਕਹਿੰਦੇ ਹਾਂ। ਸੋ ਮਿੱਟੀਆਂ ਦੀ ਗੱਲ ਕਰ ਰਹੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਬੇਟ ਮਿੱਟੀ ਦੀ। ਬੇਟ ਮਿੱਟੀ ਦੀ ਗੱਲ ਕਰਦੇ ਹਾਂ। ਤੁਹਾਨੂੰ ਬੇਟ ਮਿੱਟੀ 'ਚੋਂ ਕੋਈ ਕਿਹੜਾ ਕੁਐਸਚਨ ਪੁੱਛਿਆ ਜਾ ਸਕਦਾ? ਬੇਟ ਮਿੱਟੀ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ? ਰਾਈਟ ਆਨਸਰ ਕੀ ਹੋਏਗਾ? ਖਾਦਰ ਮਿੱਟੀ। ਬੇਟ ਮਿੱਟੀ ਨੂੰ ਖਾਦਰ ਮਿੱਟੀ ਨਾਲ ਜਾਣਿਆ ਜਾਂਦਾ। ਇਹ ਜਿਹੜੀ ਆ ਕਿਹੜੇ ਦਰਿਆ ਲੈ ਕੇ ਆਏ ਨੇ, ਕਿਹੜੇ ਜਲ ਮਾਰਗਾਂ 'ਤੇ ਮਿਲਦੀਆਂ ਨੇ, ਜਿਹੜੇ ਜਲ ਮਾਰਗਾਂ ਦੁਆਰਾ ਆਇਆ ਕੀ ਆ? ਸਤਲੁਜ, ਰਾਵੀ, ਬਿਆਸ, ਘੱਗਰ। ਇਹ ਚਾਰੇ ਦਰਿਆਵਾਂ ਨੇ ਇਸ ਮਿੱਟੀ ਨੂੰ ਲੈ ਕੇ ਆਂਦਾ ਅਤੇ ਇਹਨਾਂ ਮਾਰਗਾਂ 'ਤੇ ਮਿੱਟੀ ਮਿਲਦੀ ਹੈ। ਹੁਣ ਤੁਹਾਨੂੰ ਪਤਾ ਹੈ ਕਿ ਬੇਟ ਮਿੱਟੀ ਤਾਂ ਬੇਟ ਵਾਲੇ ਇਲਾਕਿਆਂ 'ਚ ਹੀ ਮਿਲੇਗੀ। ਇਹ ਇੱਕ ਹਿੰਟ ਆ ਤੁਹਾਨੂੰ, ਠੀਕ ਹੈ। 2 ਤੋਂ ਲੈ ਕੇ 3 ਕੁਐਸਚਨ ਸਿਰਫ ਇਹ ਪੈਰੇ ਦੇ ਵਿੱਚ ਬਣ ਗਏ। ਤੁਹਾਨੂੰ ਕੁਛ ਵੀ ਪੁੱਛਿਆ ਜਾਵੇ ਕਿ ਸਤਲੁਜ ਦਰਿਆ 'ਤੇ ਕਿਹੜੀ ਮਿੱਟੀ ਪਾਈ ਜਾਂਦੀ ਹੈ? ਕੀ ਰਾਈਟ ਆਨਸਰ ਹੈਗਾ? ਬੇਟ ਮਿੱਟੀ। ਬੇਟ ਮਿੱਟੀ ਪਾਈ ਜਾਂਦੀ ਹੈ। ਬੇਟ ਮਿੱਟੀ ਨੂੰ ਖਾਦਰ ਮਿੱਟੀ ਵੀ ਕਿਹਾ ਜਾਂਦਾ। ਕਿਹੜੇ ਜਲ ਮਾਰਗਾਂ ਦੁਆਰਾ ਆਈ ਹੈ ਇਹ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਕੁਐਸਚਨ, ਠੀਕ ਹੈ। ਸੋ ਅੱਗੇ ਆ ਗਈ ਸਾਡੀ ਰੇਤ ਮਿੱਟੀ, ਰੇਹ ਵਾਲੀ ਮਿੱਟੀ, ਠੀਕ ਹੈ। ਰੇਹ ਵਾਲੀ ਮਿੱਟੀ, ਰੇਹ ਵਾਲੀ ਮਿੱਟੀ ਹੈ ਜਿਹੜੀ ਇਹ ਫਸਲਾਂ ਲਈ ਸਭ ਤੋਂ ਵੱਧ ਮਾਪਕ ਆ, ਤਾਂ ਹੀ ਤਾਂ ਇਹਨੂੰ ਰੇਹ ਕਹਿੰਦੇ ਨੇ। ਰੇਹ ਕੀ ਹੁੰਦਾ? ਜਿਹਦੇ ਵਿੱਚ ਪੌਸ਼ਟਿਕ, ਮਤਲਬ ਜਿਵੇਂ ਪੌਸ਼ਟਿਕ ਸਾਨੂੰ ਭੋਜਨ ਦੀ ਲੋੜ ਆ, ਫਸਲਾਂ ਨੂੰ ਪੌਸ਼ਟਿਕ ਮਿੱਟੀ ਦੀ ਲੋੜ ਆ। ਉਸ ਤਰ੍ਹਾਂ ਪੌਸ਼ਟਿਕ ਮਿੱਟੀ ਜਿਹੜੀ ਹੁੰਦੀ ਹੈ ਉਸਨੂੰ ਰੇਹ ਮਿੱਟੀ ਕਿਹਾ ਜਾਂਦਾ। ਰੇਹ ਮਿੱਟੀ ਸਭ ਤੋਂ ਜ਼ਿਆਦਾ ਮਾਪਕ ਹੁੰਦੀ ਆ ਫਸਲਾਂ ਦੇ ਲਈ। ਸੋ ਤੁਹਾਨੂੰ ਇਹ ਵੀ ਪੁੱਛਿਆ ਗਿਆ ਫਸਲਾਂ ਲਈ ਸਭ ਤੋਂ ਮਾਪਕ ਮਿੱਟੀ ਕਿਹੜੀ ਹੈ? ਤਾਂ ਕੀ ਆਏਗਾ? ਰੇਹ ਵਾਲੀ ਮਿੱਟੀ, ਠੀਕ ਹੈ। ਰੇਹ ਵਾਲੀ ਮਿੱਟੀ ਆਏਗਾ। ਸੋ ਇਹ ਚੀਕਣੀ ਅਤੇ ਰੇਤ ਦਾ ਮਿਸ਼ਰਣ ਹੁੰਦੀ ਹੈ। ਕਿਹੜੇ ਦਾ ਮਿਸ਼ਰਣ ਹੁੰਦੀ ਹੈ? ਰੇਤ 'ਤੇ ਹੁੰਦੀ ਹੈ, ਜਲੋੜ੍ਹ 'ਤੇ ਹੁੰਦੀ ਹੈ। ਇਸ ਤਰ੍ਹਾਂ ਤੁਹਾਨੂੰ ਕੁਐਸਚਨ ਪੁੱਛਿਆ ਜਾਏਗਾ। ਕੀ ਰਾਈਟ ਆਨਸਰ ਹੈਗਾ? ਰੇਤ ਅਤੇ ਚੀਕਣੀ ਮਿੱਟੀ ਦਾ ਮਿਸ਼ਰਣ ਹੁੰਦੀ ਹੈ, ਠੀਕ ਹੈ। ਇਹ ਕਿੱਥੇ ਪਾਈ ਜਾਂਦੀ ਨਹੀਂ? ਇਹ ਕਿੱਥੇ ਪਾਈ ਜਾਂਦੀ ਹੈ? ਨਕੋਦਰ, ਨਵਾਂਸ਼ਹਿਰ। ਨਕੋਦਰ ਜਲੰਧਰ ਵਾਲੀ ਆ ਗਿਆ, ਨਵਾਂਸ਼ਹਿਰ, ਫਗਵਾੜੇ, ਪਟਿਆਲੇ, ਸੰਗਰੂਰ, ਨਾਭਾ, ਮੋਗਾ ਦੱਖਣੀ ਭਾਗਾਂ ਵਿੱਚ ਪਾਈ ਜਾਂਦੀ ਹੈ। ਸਾਊਥ ਏਰੀਆ ਵੱਲ ਪਾਈ ਜਾਂਦੀ ਹੈ ਮੋਗੇ ਦੇ, ਠੀਕ ਹੈ। ਮਤਲਬ ਪੰਜਾਬ ਜਿਹੜਾ ਸਾਊਥ ਏਰੀਆ ਉੱਥੇ ਪਾਈ ਜਾਂਦੀ ਆ। ਕੁੱਲ ਮਿਲਾ ਕੇ ਗੱਲ ਕਹਿਣ ਦੀ ਇਹ ਹੈ। ਚੰਡੀਗੜ੍ਹ ਵਾਲੀ ਸਾਈਡ ਨਵਾਂ ਸ਼ਹਿਰ ਆ ਗਿਆ, ਠੀਕ ਹੈ। ਇਹ ਰੇਹ ਵਾਲੀ ਮਿੱਟੀ ਹੈ, ਠੀਕ ਹੈ। ਇਸ ਨੂੰ ਜ਼ਰੂਰ ਧਿਆਨ ਨਾਲ ਸਮਝੋ। ਇੱਕ ਕਰਕੇ ਪੁਆਇੰਟ ਨੋਟ ਆਊਟ ਕਰ ਲਓ ਆਪਣੀ ਕਾਪੀ। ਪਹਿਲਾ ਪੁਆਇੰਟ, ਬੇਟ ਮਿੱਟੀ ਨੂੰ ਖਾਦਰ ਮਿੱਟੀ ਕਿਹਾ ਜਾਂਦਾ। ਦੂਸਰਾ ਪੁਆਇੰਟ, ਸਤਲੁਜ, ਬਿਆਸ, ਰਾਵੀ, ਘੱਗਰ ਦਰਿਆ 'ਤੇ ਬੇਟ ਮਿੱਟੀ ਪਾਈ ਜਾਂਦੀ ਹੈ। ਰੇਹ ਵਾਲੀ ਮਿੱਟੀ ਨੂੰ ਫਸਲਾਂ ਲਈ ਮਾਪਕ ਹੁੰਦੀ ਹੈ। ਇਸ ਤਰ੍ਹਾਂ ਲਗਾਤਾਰ ਪੁਆਇੰਟ ਬਣਾਓ, ਠੀਕ ਹੈ। ਸੋ ਅੱਗੇ ਰੇਤਲੀ ਮਿੱਟੀ ਆ ਗਈ। ਸੈਂਡੀ ਮਿੱਟੀ ਨੂੰ ਆਪਾਂ ਕਹਿੰਦੇ ਹਾਂ। ਸੈਂਡ ਮਤਲਬ ਰੇਤ ਹੁੰਦਾ, ਠੀਕ ਹੈ। ਸੋ ਸੈਂਡਲੀ ਮਿੱਟੀ ਜਿਹੜੀ ਆਪਣੀ, ਇਹ ਮਿੱਟੀ ਬਠਿੰਡੇ, ਮਾਨਸੇ, ਸੰਗਰੂਰ ਦੇ ਜ਼ਿਆਦਾ ਭਾਗਾਂ 'ਚ ਪਾਈ ਜਾਂਦੀ ਹੈ। ਲੁਧਿਆਣੇ ਦੇ ਵੀ ਕੁਝ ਭਾਗਾਂ ਵਿੱਚ ਪਾਈ ਜਾਂਦੀ ਹੈ ਰੇਤ ਵਾਲੀ ਮਿੱਟੀ। ਰੇਤਲੀ ਮਿੱਟੀ ਜਿਹਨੂੰ ਆਪਾਂ ਸੈਂਡਲੀ ਮਿੱਟੀ ਕਹਿੰਦੇ ਹਾਂ। ਸੋ ਕਿਹੜੇ ਇਲਾਕਿਆਂ 'ਚ ਪਾਈ ਜਾਂਦੀ ਇਹ ਨੋਟ ਆਊਟ ਕਰ ਲਓ। ਅਤੇ ਰੇਤਲੀ ਮਿੱਟੀ ਹੁੰਦੀ ਹੈ ਰੇਤ ਤੋਂ ਬਣੀ ਹੋਈ, ਤੁਸੀਂ ਇਹ ਨੋਟ ਆਊਟ ਕਰ ਲਓ। ਸੋ ਅੱਗੇ ਹੈਗੀ ਡੈਜ਼ਰਟ ਸੋਇਲਸ। ਡੈਜ਼ਰਟ ਮਤਲਬ ਮਾਰੂਥਲੀ ਮਿੱਟੀ ਜਿਹੜੀ ਸਾਡੀ ਹੈ। ਹੁਣ ਮਾਰੂਥਲੀ ਮਿੱਟੀ ਕਿੱਥੇ ਪਾਈ ਜਾਂਦੀ ਹੈ? ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ ਦੇ ਕੁਝ ਭਾਗਾਂ 'ਚ ਪਾਈ ਜਾਂਦੀ ਹੈ, ਠੀਕ ਹੈ। ਕਿਹੜੇ ਇਲਾਕਿਆਂ 'ਚ ਪਾਈ ਜਾਂਦੀ ਹੈ? ਮੇਨ ਪੁਆਇੰਟ ਸਾਡਾ ਇਹੀ ਹੁੰਦਾ ਵੀ ਕਿਹੜੇ ਇਲਾਕਿਆਂ 'ਚ ਪਾਈ ਜਾਂਦੀ ਹੈ। 2 ਇਲਾਕੇ ਹਮੇਸ਼ਾ ਯਾਦ ਰੱਖਣੇ ਤੁਸੀਂ ਮਿੱਟੀਆਂ ਨਾਲ ਸੰਬੰਧਿਤ। ਜੇਕਰ ਤੁਹਾਨੂੰ ਪੁੱਛਿਆ ਜਾਵੇ ਵੀ ਰੇਤਲੀ ਮਿੱਟੀ ਕਿਹੜੇ ਇਲਾਕਿਆਂ 'ਚ ਪਾਈ ਜਾਂਦੀ ਹੈ, ਉਹ ਤੁਹਾਨੂੰ ਯਾਦ ਹੋਣਾ। ਡੈਜ਼ਰਟ ਮਿੱਟੀ ਕਿਹੜੇ 2 ਇਲਾਕਿਆਂ 'ਚ? 2 ਇਲਾਕੇ ਯਾਦ ਰੱਖਿਓ। ਰੇਹ ਵਾਲੀ ਮਿੱਟੀ ਦੇ 2 ਇਲਾਕੇ ਯਾਦ ਰੱਖਿਓ। ਉਸ ਤੋਂ ਅੱਗੇ ਕੰਢੀ ਮਿੱਟੀ। ਕੰਢੀ ਮਿੱਟੀ ਕਿਹੜੀ ਹੁੰਦੀ ਹੈ ਸਾਡੀ? ਕੰਢੀ ਮਿੱਟੀ ਹੁੰਦੀ ਜਿਹੜੀ ਪਹਾੜਾਂ ਦੇ ਵਿੱਚ ਪਾਈ ਜਾਂਦੀ ਹੈ। ਇਹ ਵੀ ਹਿੰਟ ਆ ਤੁਹਾਨੂੰ। ਇਸ ਨੂੰ ਅਰਧ ਪਹਾੜੀ ਮਿੱਟੀ ਕਿਹਾ ਜਾਂਦਾ, ਠੀਕ ਹੈ। ਅਰਧ ਪਹਾੜੀ ਮਿੱਟੀ ਕਿਹਾ ਜਾਂਦਾ ਵਾ ਕੰਢੀ ਮਿੱਟੀ ਨੂੰ। ਇਹ ਪਥਰੀਲੀ ਅਤੇ ਰੇਤਲੀ ਹੁੰਦੀ। ਕੰਢੀ ਤੋਂ ਤੁਸੀਂ ਹਿੰਟ ਲਾ ਹੀ ਸਕਦੇ ਹੋ ਨਾ ਵੀ ਉਹ ਰੇਤਲੀ ਅਤੇ ਪਥਰੀਲੀ ਹੁੰਦੀ ਹੈ। ਕੰਢੀ ਸੋਇਲ ਕਹਿ ਕੇ ਬੁਲਾਇਆ ਜਾਂਦਾ। ਇਹ ਵੀ ਤੁਸੀਂ ਨਾ ਯਾਦ ਰੱਖ ਲਿਓ। ਕਿਹੜੇ ਇਲਾਕੇ 'ਚ ਪੈਂਦੇ? ਗੁਰਦਾਸਪੁਰ, ਹੁਸ਼ਿਆਰਪੁਰ। ਸ਼ਿਵਾਲਿਕ ਦੀਆਂ ਪਹਾੜੀਆਂ ਗੁਰਦਾਸਪੁਰ, ਹੁਸ਼ਿਆਰਪੁਰ ਦੇ ਵਿੱਚ, ਨਵਾਂਸ਼ਹਿਰ, ਰੋਪੜ ਦੇ ਵਿੱਚ। ਸੋ ਇਹ ਤੁਸੀਂ ਆਮ ਅੰਦਾਜ਼ਾ ਲਾ ਹੀ ਸਕਦੇ ਹੋ ਕਿ ਅਰਧ ਪਹਾੜੀ ਖੇਤਰ ਆ। ਤਾਂ ਅਰਧ ਪਹਾੜੀ ਮਿੱਟੀ ਕਿਹੜੀ ਆ? ਕੰਢੀ ਖੇਤਰ ਆ। ਸੋ ਇਹ ਸਾਡੀਆਂ ਮਿੱਟੀਆਂ ਸੀਗੀਆਂ ਜਿਹੜੀਆਂ ਇੰਪੋਰਟੈਂਟ ਸੀਗੀਆਂ। ਇਸ ਤੋਂ ਇਲਾਵਾ ਜਲੋੜ੍ਹ ਮਿੱਟੀ ਵੀ ਪੰਜਾਬ ਵਿੱਚ ਪਾਈ ਜਾਂਦੀ ਜਿਹੜੀ ਕਿ ਮੋਸਟ ਇੰਪੋਰਟੈਂਟ ਆ। ਸਵੈਲੂਅਲ ਓਇਲਸ ਕਹਿੰਦੇ ਇਹਨੂੰ ਆਪਾਂ, ਠੀਕ ਹੈ। ਸੋ ਅੱਗੇ ਸਾਡੇ ਕੋਲ ਕਲਾਈਮੇਟ ਆ ਗਿਆ।
ਕਲਾਈਮੇਟ ਵੀ ਕਿਸੇ ਭਾਗ ਦਾ ਮੋਸਟ ਇੰਪੋਰਟੈਂਟ ਕੁਐਸਚਨ ਪੁੱਛਿਆ ਜਾਂਦਾ, ਬਹੁਤ ਮੋਸਟ ਇੰਪੋਰਟੈਂਟ ਹੁੰਦਾ ਕਲਾਈਮੇਟ ਵੀ। ਠੀਕ ਹੈ, ਹੁਣ ਕਲਾਈਮੇਟ ਨੂੰ ਮੈਂ ਤੁਹਾਨੂੰ ਦੱਸੂਗਾ। ਕਲਾਈਮੇਟ ਆ ਜਿਹੜਾ, ਹੁਣ ਦੇਖੋ ਪੰਜਾਬ ਦਾ ਮੌਸਮ ਕਿਹੋ ਜਿਹਾ, ਤੁਹਾਨੂੰ ਇਹ ਕੁਐਸਚਨ ਪੁੱਛਿਆ ਗਿਆ, 4 ਆਪਸ਼ਨਾਂ ਦਿੱਤੀਆਂ ਹੋਣਗੀਆਂ, ਤਾਂ ਕੀ ਹੋਏਗਾ? ਆਤੀ ਗਰਮੀ ਅਤੇ ਆਤੀ ਠੰਡ ਵਿਭਿੰਨ, ਮਤਲਬ ਗਰਮੀ ਵੀ ਪੈਂਦੀ ਹੈ, ਸਰਦੀ ਵੀ ਪੈਂਦੀ ਹੈ। ਗਰਮੀ ਦੇ ਵਿੱਚ 50 ਡਿਗਰੀ ਤੱਕ ਚਲਾ ਜਾਂਦਾ ਤਾਪਮਾਨ, ਸਰਦੀਆਂ ਵਿੱਚ ਮਾਈਨਸ 'ਚ ਵੀ ਆ ਜਾਂਦਾ। ਜਿਵੇਂ 2009 ਦੇ ਵਿੱਚ ਅੰਮ੍ਰਿਤਸਰ ਦਾ ਤਾਪਮਾਨ -2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਮੌਸਮ ਆ ਜਿਹੜਾ ਉਹ ਗਰਮੀ ਅਤੇ ਸਰਦੀ ਵਾਲਾ। ਸੋ ਆ ਦੇਖੋ 2019 ਦੇ ਆંકੜੇ ਅਨੁਸਾਰ 472 mm ਹੈ ਜਿਹੜੀ ਵਰਖਾ ਵਾ, 472 mm। ਕਿਸੇ ਇਲਾਕਿਆਂ ਦੇ ਵਿੱਚ ਸਿਰਫ 25 ਸੈਂਟੀਮੀਟਰ ਪੈਂਦੀ ਆ, ਜਿਵੇਂ ਕਿ ਰਾਜਸਥਾਨ ਦੇ ਵਿੱਚ। ਕਿਸੇ 472 ਤੋਂ ਵੀ ਜ਼ਿਆਦਾ ਪੈਂਦੀ ਆ, ਜਿਵੇਂ ਕਿ ਮੇਘਾਲਿਆ ਦੇ ਵਿੱਚ। ਪੰਜਾਬ ਦੇ ਵਿੱਚ ਵੀ ਠੀਕ ਠਾਕ 120 ਸੈਂਟੀਮੀਟਰ ਦੀ ਵਰਖਾ ਪੈਂਦੀ ਹੈ। ਠੀਕ ਹੈ, ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇੱਥੇ ਲਿਖਿਆ ਕਿ ਪੰਜਾਬ ਦਾ ਜਲਵਾਯੂ ਸਰਦੀਆਂ ਵਿੱਚ 0 ਡਿਗਰੀ ਸੈਲਸੀਅਸ ਤੋਂ ਗਰਮੀ ਵਿੱਚ 47 ਡਿਗਰੀ ਸੈਲਸੀਅਸ, ਮਤਲਬ 50 ਡਿਗਰੀ ਤੱਕ ਸੈਲਸੀਅਸ ਤੱਕ ਚਲਿਆ ਜਾਂਦਾ ਆਮ ਤੌਰ 'ਤੇ। ਅਤੇ ਇੱਥੇ ਇਹ ਵੀ ਲਿਖਿਆ ਗਿਆ ਕਿ 58 ਸੈਂਟੀਮੀਟਰ ਤੋਂ ਲੈ ਕੇ 96 ਸੈਂਟੀਮੀਟਰ ਸਾਲਾਨਾ ਬਾਰਿਸ਼ ਹੁੰਦੀ ਹੈ ਸਾਡੇ ਪੰਜਾਬ ਦੇ ਵਿੱਚ। ਮੈਂ ਤਾਂ ਫਿਰ ਵੀ 120 ਕਿਹਾ ਸੀ ਤੁਹਾਨੂੰ, ਲੇਕਿਨ ਇੱਥੇ ਬੁੱਕ ਦੇ ਵਿੱਚ ਕੁਛ ਆંકੜੇ ਹੋਰ ਲਿਖੇ ਹੋਏ ਨੇ। 96 ਦਾ ਮਤਲਬ 100 110 ਤੱਕ ਪੈ ਜਾਂਦੀ ਆ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ। ਜ਼ਿਆਦਾਤਰ ਜਿਹੜਾ ਹੁਣ ਇੱਥੇ ਕੁਐਸਚਨ ਕੀ ਪੁੱਛਿਆ ਜਾਏਗਾ, ਇਹ ਲਾਈਨਾਂ ਦੇ ਵਿੱਚ ਸਿਰਫ ਕੁਐਸਚਨ ਹੀ ਕੁਐਸਚਨ ਨੇ। ਜ਼ਰੂਰੀ ਨਹੀਂ ਹੁੰਦਾ ਕਿ ਤੁਹਾਨੂੰ MCQs ਹੀ ਕਰਾਏ ਜਾਣ, ਤੁਹਾਨੂੰ ਪੜ੍ਹਨਾ ਵੀ ਪੈਂਦਾ। ਜਿਸ ਤਰ੍ਹਾਂ ਮੇਰੇ ਕੋਲ ਇੱਕ ਬੁੱਕ ਸੀਗੀ ਗਿਆਨਮ ਦੀ, ਉਹਦੇ ਵਿੱਚ ਸਿਰਫ ਥਿਊਰੀ ਸੀ। ਸੋ ਥਿਊਰੀ ਪੜ੍ਹ ਕੇ ਵੀ ਕੁਐਸਚਨ ਆ ਜਾਂਦੇ ਨੇ ਨਾ, ਮਤਲਬ ਇਹ ਜ਼ਰੂਰੀ ਨਹੀਂ ਕਿ ਸਿਰਫ MCQ ਜਿਹੜੇ ਦਿੱਤੇ ਹੋਏ ਉਹਨਾਂ ਵਿੱਚੋਂ ਕੁਐਸਚਨ ਪੁੱਛੇ ਜਾਣਗੇ। ਨਹੀਂ, ਤੁਹਾਨੂੰ ਪੈਰੇ ਵਿੱਚੋਂ ਵੀ ਕੋਈ ਵੀ ਕੁਐਸਚਨ ਬਣਾ ਕੇ ਪੁੱਛਿਆ ਜਾ ਸਕਦਾ, ਕਿਉਂਕਿ ਕੰਪੈਟੀਟਿਵ ਐਗਜ਼ਾਮ ਦੇਣ ਜਾ ਰਹੇ ਹੋ ਤੁਸੀਂ, ਕੋਈ ਸਕੂਲ ਦਾ ਐਗਜ਼ਾਮ ਨਹੀਂ ਕਿ ਤੁਹਾਨੂੰ ਸਿਰਫ ਕੁਐਸਚਨ ਹੀ ਆਉਣਗੇ। ਹੁਣ ਤੁਹਾਨੂੰ ਇਹਦੇ ਵਿੱਚ ਕਿੰਨੇ ਕੁਐਸਚਨ ਬਣਦੇ ਨੇ? ਪ੍ਰੀ ਮਾਨਸੂਨ ਕਦੋਂ ਹੁੰਦਾ? ਮਾਰਚ ਤੋਂ ਮਈ ਤੱਕ ਹੁੰਦਾ। ਉਸ ਤੋਂ ਅਕਤੂਬਰ ਨਵੰਬਰ ਵਿੱਚ ਸਰਦੀ ਤੋਂ ਲੈ ਕੇ ਫਰਵਰੀ ਤੱਕ ਹੁੰਦਾ। ਇਹਨੂੰ ਪ੍ਰੀ ਮਾਨਸੂਨ ਕਹਿੰਦੇ, ਮਤਲਬ ਬਹੁਤ ਘੱਟ ਬਾਰਿਸ਼ ਹੁੰਦੀ ਹੈ। ਜ਼ਿਆਦਾਤਰ ਬਾਰਿਸ਼ 80% ਕਦੋਂ ਹੁੰਦੀ ਹੈ? ਜੂਨ ਤੋਂ ਲੈ ਕੇ ਸਤੰਬਰ ਤੱਕ। ਮਤਲਬ ਹੁਣ ਸਤੰਬਰ ਚੱਲ ਰਿਹਾ, ਮੀਂਹ ਸਾਡੇ ਪੈ ਰਹੇ ਨੇ। ਠੀਕ ਹੈ, ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਇਲਾਕੇ ਦੇ ਹਿਸਾਬ ਨਾਲ ਮੀਂਹ ਪੈਂਦੇ ਨੇ। ਮਤਲਬ ਇਹ ਨਹੀਂ ਕਿ ਜਿਸ ਤਰ੍ਹਾਂ ਅੱਜ ਸਾਰੇ ਪੰਜਾਬ ਵਿੱਚ ਪਏਗਾ, ਨਹੀਂ, ਕੁਛ ਇਲਾਕੇ 'ਚ ਪਏਗਾ, ਕੁਛ ਇਲਾਕੇ 'ਚ ਨਹੀਂ ਪਏਗਾ। ਇਸ ਪੈਰੇ 'ਚ ਬਹੁਤ ਸਾਰੇ ਕੁਐਸਚਨ ਸੀ, ਇਹਨਾਂ ਨੂੰ ਨੋਟ ਆਊਟ ਕਰ ਲਿਓ ਪੁਆਇੰਟ ਬਣਾ ਕੇ। ਸੋ ਅੱਗੇ ਸਰਦੀ ਦੀ ਰੁੱਤ ਕਿਹੋ ਜਿਹੀ ਹੁੰਦੀ ਆ? 5 ਡਿਗਰੀ ਤੋਂ ਵੀ ਨੀਵਾਂ ਚਲੇ ਜਾਂਦੇ। ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਕਿ ਮਾਈਨਸ 'ਚ ਵੀ ਚਲੇ ਜਾਂਦਾ ਤਾਪਮਾਨ। ਠੀਕ ਹੈ, ਸੋ ਬਸੰਤ ਰੁੱਤ ਬਾਰੇ ਵੀ, ਬਸੰਤ ਰੁੱਤ ਕਦੋਂ ਹੁੰਦੀ ਹੈ? ਪੱਤੇ ਝੜਨੇ ਸ਼ੁਰੂ ਹੁੰਦੇ ਨੇ ਪਤਝੜ ਦੇ ਵਿੱਚ, ਇਹ ਕਦੋਂ ਹੁੰਦੀ ਹੈ? ਠੀਕ ਹੈ, ਇਸ ਤਰ੍ਹਾਂ ਪਤਝੜ 'ਤੇ ਕਿਵੇਂ ਕਿਸ ਤਰ੍ਹਾਂ ਨਾਲ ਜਾਣਾ ਜਾਂਦਾ ਹੈ, ਤੁਸੀਂ ਇੱਥੋਂ ਨੋਟ ਆਊਟ ਕਰ ਲਓ ਪੈਰਾਗ੍ਰਾਫ ਤੋਂ, ਪੁਆਇੰਟ ਬਣਾ ਲਿਓ। ਅਤੇ ਜਿਹੜੀ ਚੀਜ਼ਾਂ ਸਮਝਾਉਣੀਆਂ ਮੈਂ ਨਾਲ ਸਮਝਾ ਰਿਹਾ। ਉਸ ਤੋਂ ਬਾਅਦ ਸਾਡੇ ਫੋਰੈਸਟ, ਜੰਗਲ ਕੰਪਲੀਟ ਹੋ ਰਿਹਾ ਸਾਡਾ ਸਿਲੇਬਸ ਹੌਲੀ ਹੌਲੀ। ਲਗਭਗ ਅਸੀਂ 60 ਤੋਂ ਲੈ ਕੇ 70% ਸਿਲੇਬਸ ਕੰਪਲੀਟ ਕਰ ਚੁੱਕੇ ਹਾਂ। ਮੈਥ ਅਤੇ ਰੀਜ਼ਨਿੰਗ ਦਾ ਮੈਂ ਨਹੀਂ ਕਰਵਾਊਂਗਾ, ਕਿਉਂਕਿ ਮੈਥ ਵਿੱਚ ਮੈਨੂੰ ਬਹੁਤ ਸਾਰੀਆਂ ਪ੍ਰੋਬਲਮ ਆ ਗਈਆਂ ਸੀ, ਮੈਨੂੰ ਦੁਬਾਰਾ ਵੀਡੀਓਜ਼ ਬਣਾਉਣੀਆਂ ਪਈਆਂ। ਕਿ ਮੈਥ ਅਤੇ ਰੀਜ਼ਨਿੰਗ ਮੈਂ ਬਿਲਕੁਲ ਵੀ ਨਹੀਂ ਕਰਾਊਂਗਾ, ਬਾਕੀ ਮੈਂ 100% ਕਰਵਾਊਂਗਾ। ਠੀਕ ਹੈ, ਜੰਗਲ, 1772 ਵਰਗ ਕਿਲੋਮੀਟਰ ਵਿੱਚ ਫੈਲਿਆ ਪੰਜਾਬ ਦੇ ਵਿੱਚ। ਠੀਕ ਹੈ, ਪੰਜਾਬ ਦਾ ਖੇਤਰਫਲ 3.72 ਦੇ ਅਧੀਨ ਹੈ। 100 ਚੋਂ ਸਿਰਫ 3% ਜੰਗਲ ਨੇ, ਯਾਦ ਕਰੋ, ਇਹ ਵੀ ਪੁਆਇੰਟ ਨੋਟ ਆਊਟ ਕਰੋ। ਉਸ ਤੋਂ ਉੱਪਰ ਲਿਖਿਆ ਗਿਆ ਕਿ 1875 ਵਰਗ ਕਿਲੋਮੀਟਰ ਰਹਿ ਗਿਆ ਵਾ। ਪਹਿਲਾਂ ਬਹੁਤ ਜ਼ਿਆਦਾ ਹੁੰਦਾ ਸੀਗਾ, ਹੌਲੀ ਹੌਲੀ ਘੱਟ ਰਿਹਾ ਵਾ। ਠੀਕ ਹੈ, 6.1% ਜੰਗਲਾਂ ਵਿੱਚ ਫੈਲ ਰਿਹਾ ਤਕਰੀਬਨ। ਠੀਕ ਹੈ, ਉਸ ਜਿਹੜੇ ਪ੍ਰਸਿੱਧ ਦਰੱਖਤ ਨੇ ਸਾਡੇ ਕਿਹੜੇ ਨੇ, ਯਾਦ ਕਰ ਲਓ। ਟਾਹਲੀ, ਕਿੱਕਰ, ਬੇਰ, ਬਾਂਸ, ਚੀਲ, ਸ਼ਹਿਤੂਤ। ਇਹਨਾਂ ਦੀ ਲੱਕੜੀ ਫਾਇਰਵੁੱਡ ਦੇ ਲਈ ਵਰਤੋਂ ਕੀਤੀ ਜਾਂਦੀ ਹੈ। ਬਿੱਡਾਂ ਬਣਾਉਣ ਵਾਸਤੇ, ਦਰਵਾਜ਼ੇ ਬਣਾਉਣ ਵਾਸਤੇ, ਲੱਕੜੀ ਦੀ ਹੋਰ ਚੀਜ਼ਾਂ ਜਿਹੜੀਆਂ ਵੀ ਸਾਡੀਆਂ ਫਰੇਮ ਹੈਗੇ ਨੇ ਉਹ ਬਣਾਉਣ ਵਾਸਤੇ, ਇਹਨਾਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਇਹ ਇੰਪੋਰਟੈਂਟ ਸਾਡੇ ਦਰੱਖਤ ਨੇ ਜਿਹਨੂੰ ਆਪਾਂ ਕਹਿ ਸਕਦੇ ਹਾਂ। ਅਤੇ ਇੱਥੇ ਲਾਸਟ ਆਪਾਂ ਕਰਾਂਗੇ, ਇੱਕ ਪੁਆਇੰਟ ਹੀ ਕਰਾਂਗੇ ਸਿਰਫ, ਉਹ ਹੈਗਾ ਸਾਡਾ ਪੰਜਾਬ ਵਿੱਚ ਜੰਗਲੀ ਜੀਵਾਂ ਵਿੱਚ ਸੁਰੱਖਿਅਤ ਸਥਾਨ ਕਿਹੜੇ ਨੇ। ਹੁਣ ਜੰਗਲੀ ਜੀਵਾਂ ਨੂੰ ਰੱਖਣ ਵਾਸਤੇ ਇੱਕ ਰੱਖ ਬਾਗ ਬਣਾਏ ਹੁੰਦੇ ਆ, ਜਿਸ ਤਰ੍ਹਾਂ ਲੁਧਿਆਣੇ 'ਚ ਵੀ ਹੈਗਾ, ਜਲੰਧਰ 'ਚ ਵੀ ਹੈਗਾ, ਅੰਮ੍ਰਿਤਸਰ 'ਚ ਹੈਗਾ।
ठीक है। उस तरह इत्थे मोती बाग बीड़, ये कित्थे है? पटियाले। इस विच की काला हिरन, चीतल, कुत्ता, सूर, नीलगांव, जंगली बोर, गिद्दड़, छोटी पूंछ वाले बंदर आदि मिलते हैं। मतलब ये रखे हुए ने उत्थे। जेकर तुहानूं एक भी बीड़ बारे पुछया जांदा तुसीं लिख दो। बीड़ मतलब यू हुंदा रख बाग। आपां कहंदे ने छत्त बीड़, छत्त बीड़ मतलब जिहड़ी चंडीगढ़, छत्त मतलब पिंड दा नाम, बीड़ मतलब जंगल इलाका, सुनसान रास्ता जिन्होंने आपां कहने आ। सो ये ओह आ, ठीक है। बीड़ मोती बाग पटियाले आ, ठीक है। इन्हां नोट आउट कर लिओ सारे क्वेश्चन, बहुत इंपॉर्टेंट सी। सो वीडियो वधिया लगी लाइक शेयर कमेंट करियो, धन्यवाद।